ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਐਬਰੋਡ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਰਾਇਲ ਟਰੈਵਲਸ ਤੋਂ ਅਰਵਿੰਦਰਪਾਲ ਸਿੰਘ। ਵੈਲਕਮ ਟੂ ਦ ਸ਼ੋ ਅਰਵਿੰਦਰ ਜੀ। बहुत शुक्रिया संजीव जी और पंजाब मेल USA TV ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਇਨਪੁਟਸ ਮਿਲ ਰਹੀਆਂ ਸਾਨੂੰ ਸਾਡੇ ਆਡੀਅנס ਤੋਂ, ਬਹੁਤ ਕੁਝ ਜਾਣਨਾ ਚਾਹੁੰਦੇ ਨੇ। ਸੋ ਇਸ ਵਕਤ ਜੋ ਸਟੇਟਸ ਹੈ ਫਿਲਹਾਲ ਅਮਰੀਕਨ ਅੰਬੈਸੀ ਦਾ, ਕੀ ਸਟੇਟਸ ਹੈ ਐਪਲੀਕੇਸ਼ਨਸ ਦਾ, ਕਿੱਥੋਂ ਤੱਕ ਸਾਰਾ ਨਿਪਟਾਰਾ ਹੋਇਆ, ਅੱਗੋਂ ਕੀ ਨਵੀਆਂ ਕਾਰਗੁਜ਼ਾਰੀਆਂ ਨੇ? US ਅੰਬੈਸੀ ਕਾਫੀ ਸਮੂਥ ਹੋਈ ਜਾਂਦਾ। ਹੁਣ ਜਿਹੜੀਆਂ ਅਪਾਇੰਟਮੈਂਟਸ ਆ ਉਹ ਕਾਫੀ ਰੈਗੂਲਰ ਹੋ ਗਈਆਂ ਸਟੂਡੈਂਟਸ ਦੀਆਂ। ਮਤਲਬ ਹਾਲੇ ਟੂਰਿਸਟ ਵਾਲੇ ਨੂੰ ਸਾਨੂੰ ਸਮਾਂ ਲੱਗੇਗਾ। ਉਹਨਾਂ ਦੀ ਨਵੀਂ ਅਪਡੇਟ ਸਾਡੇ ਕੋਲ ਮਿਡ ਜੁਲਾਈ ਦੇ ਵਿੱਚ ਆਏਗੀ। ਸੋ ਐਜ਼ ਆਫ ਨਾਓ ਜਿਹੜੀਆਂ ਟੂਰਿਸਟ ਐਪਲੀਕੇਸ਼ਨ ਆ ਉਹਨਾਂ ਦੀ ਥੋੜ੍ਹੀ ਜਿਹੀ ਸਾਨੂੰ ਡਿਲੇ ਆ, ਮਹੀਨਾ ਡੇਢ ਮਹੀਨਾ ਸਾਨੂੰ ਹੋਰ ਇੰਤਜ਼ਾਰ ਕਰਨਾ ਪਊਗਾ ਨਵੀਂ ਅਪਡੇਟ ਲਈ। ਔਰ ਇਹ ਬਹੁਤ ਲਾਈਕਲੀ ਆ ਕਿ ਉਹਨਾਂ ਨੇ ਤਰੀਕ ਅਨਾਊਂਸ ਕੀਤੀ ਆ ਕਿ ਜਿਹੜੀਆਂ ਸਾਨੂੰ ਅਪਾਇੰਟਮੈਂਟਸ ਆਏ ਜੁਲਾਈ 'ਚ ਮਿਲਣ ਚਾਹੇ ਅਗਸਤ ਵਿੱਚ ਮਿਲਣ, ਅਪਾਇੰਟਮੈਂਟਸ ਸੈਪਟੰਬਰ ਦੀਆਂ ਹੀ ਮਿਲਣਗੀਆਂ। ਓਕੇ। ਔਰ ਇਹ ਅਨਾਊਂਸ ਕੀਤਾ ਗਿਆ ਕਿ ਇਸ ਸੈਪਟੰਬਰ ਤੋਂ ਪਹਿਲਾਂ ਅਗਰ ਕਿਸੇ ਦੇ ਕੋਲ ਕੋਈ ਅਪਾਇੰਟਮੈਂਟ ਹੈਗੀ ਵੀ ਆ, ਉਹ ਸਾਰੀਆਂ ਸਸਪੈਂਡਡ ਨੇ ਇਸ ਟਾਈਮ। ਅੱਛਾ। ਸੋ ਅਗਰ ਤੁਹਾਨੂੰ ਕੋਈ ਕਹਿ ਰਿਹਾ ਕਿ ਤੁਹਾਡੇ ਕੋਲ ਤਰੀਕ ਹੈਗੀ ਆ, ਤੁਹਾਡੀ ਤਰੀਕ ਲੈ ਲਈ ਆ, ਤੁਹਾਡੀ ਇਹ ਤਰੀਕ ਹੈ, ਸੋ ਡੋਂਟ ਬਿਲੀਵ ਇਟ। ਸੋ ਜਿਹੜੀਆਂ ਟੂਰਿਸਟ ਵੀਜ਼ਾ ਦੀਆਂ B1 B2 ਦੀਆਂ ਐਪਲੀਕੇਸ਼ਨਸ ਨੇ ਉਹਨਾਂ ਨੂੰ ਸਮਾਂ ਹੈਗਾ ਹਾਲੇ। ਉਹ ਸਾਰੀਆਂ ਸੈਪਟੰਬਰ ਦੇ ਵਿੱਚ ਮੋਸਟ ਲਾਈਕਲੀ ਉਹਨਾਂ ਦਾ ਸਮਾਂ ਆਏਗਾ ਜਦੋਂ ਉਹ ਅੰਬੈਸੀ ਦੇ ਵਿੱਚ ਹੋਣਗੀਆਂ। ਸੋ ਅੰਬੈਸੀ ਆਪਣੀਆਂ ਰੈਗੂਲਰ ਸਰਵਿਸਿਜ਼ ਰਿਜ਼ਿਊਮ ਕਰ ਰਹੀ ਹੈ। ਸੋ ਹੌਲੀ ਹੌਲੀ ਚੀਜ਼ਾਂ ਬਿਹਤਰੀ ਵੱਲ ਨੂੰ ਚੱਲ ਰਹੀਆਂ ਨੇ। ਔਰ ਜਿਹੜੀ ਸਟੂਡੈਂਟਸ ਦੇ ਉੱਪਰ ਅਪਡੇਟ ਇਹ ਹੈ ਕਿ ਸਟੂਡੈਂਟਸ ਦੇ ਉੱਪਰ ਵੀਜ਼ਾਸ ਲਗਾਤਾਰ ਆ ਰਹੇ ਨੇ, ਬਿਕੋਜ਼ ਇਹ ਇੱਕ ਕੈਟਾਗਰੀ ਆ ਜਿਹਦੇ ਵਿੱਚ ਕਿ ਕੰਟੀਨਿਊਸਲੀ ਵੀਜ਼ਾਸ ਨੇ। ਔਰ ਇਹਦੇ ਵਿੱਚ ਵੀ ਫਰਦਰ 3 ਕੈਟਾਗਰੀਜ਼ ਨੇ। ਇੱਕ F1 ਹੈ। F1 ਵੀਜ਼ਾ ਹੁੰਦਾ ਕਿ ਜਿਹੜਾ ਸਟੂਡੈਂਟਸ 5 ਸਾਲ ਲਈ ਹਾਇਰ ਐਜੂਕੇਸ਼ਨ ਦੇ ਲਈ ਜਾਂਦਾ ਹੈ ਜੀ। ਦੈਨ J1 ਹੁੰਦਾ ਹੈ। J1 ਇੱਕ ਇੰਟਰਨਸ਼ਿਪ ਹੈ ਕਿ ਜਿਹੜੇ ਸਟੂਡੈਂਟਸ ਇੱਥੇ ਪੜ੍ਹਾਈ ਪੜ੍ਹਦੇ ਨੇ ਉਸ ਤੋਂ ਬਾਅਦ ਇੰਟਰਨਸ਼ਿਪ ਬਾਹਰ ਕਰਨਾ ਚਾਹੁੰਦੇ ਨੇ, ਉਹਨਾਂ ਲਈ J1 ਵੀਜ਼ਾ ਆ। M1 ਵੀਜ਼ਾ ਹੁੰਦਾ ਕਿ ਜਿਹੜੇ ਵੋਕੇਸ਼ਨਲ ਪ੍ਰੋਗਰਾਮ ਜਾਂ ਕਿ ਛੋਟਾ ਪ੍ਰੋਗਰਾਮ ਹੈ, ਜਿਸ ਤਰੀਕੇ ਨਾਲ ਤੁਸੀਂ ਇੱਥੇ ਕੋਈ ਬਿਜ਼ਨਸ ਕਰਦੇ ਹੋ। ਸਪੋਜ਼ ਤੁਹਾਡਾ ਗੋਲਡਸਮਿਥ ਦਾ ਕੰਮ ਹੈ, ਸੋ ਤੁਸੀਂ ਸੁਨਿਆਰੇ ਦਾ ਕੰਮ ਕਰਦੇ ਹੋ, ਸੋ ਤੁਸੀਂ ਡਾਇਮੰਡ ਕਟਿੰਗ ਲਈ, ਡਾਇਮੰਡ ਪੋਲਿਸ਼ਿੰਗ ਲਈ ਕੋਈ ਮਤਲਬ ਛੋਟਾ ਪ੍ਰੋਗਰਾਮ ਜਿਹੜਾ 3-4 ਮਹੀਨੇ ਦਾ ਪ੍ਰੋਗਰਾਮ ਹੈ, ਲੈਸ ਦੈਨ 6 ਮੰਥਸ। ਸੋ ਅਗਰ ਉਹ ਪ੍ਰੋਗਰਾਮ ਕਰਨ ਜਾਣਾ ਚਾਹੁੰਦੇ ਹੋ, ਵੋਕੇਸ਼ਨਲ ਕਾਈਂਡ ਆਫ ਪ੍ਰੋਗਰਾਮ ਹੈ, ਉਹਦੇ ਲਈ ਤੁਹਾਡੇ ਕੋਲ M1 ਵੀਜ਼ਾ ਹੁੰਦਾ ਆ ਜੀ। ਸੋ ਇਹ ਤਿੰਨੇ ਕੈਟਾਗਰੀਜ਼ ਫਿਲਹਾਲ ਓਪਨ ਨੇ। ਇਹਨਾਂ ਤਿੰਨਾਂ ਦੇ ਉੱਪਰ ਕੰਟੀਨਿਊਸਲੀ ਤੁਸੀਂ ਅਪਲਾਈ ਕਰ ਸਕਦੇ ਹੋ, ਤੁਹਾਡੇ ਕੋਲ ਮੌਕੇ ਨੇ। ਔਰ ਸਟੂਡੈਂਟ ਨੂੰ ਪ੍ਰਾਇੋਰਟਾਈਜ਼ ਕੀਤਾ ਗਿਆ ਇਸ ਸਮੇਂ ਦੇ ਵਿੱਚ ਵੀ। ਹਾਲੇ ਤੱਕ ਵੀ ਸਟੂਡੈਂਟਸ ਦੇ ਕੋਲ ਮੌਕੇ ਆ ਕਿ ਜਿਹੜਾ ਕਿ ਸਟੂਡੈਂਟਸ ਇਸ ਮੌਕੇ ਦਾ ਫਾਇਦਾ ਲੈ ਸਕਦੇ ਨੇ, ਕਿਉਂਕਿ ਸਟੂਡੈਂਟਸ ਨੂੰ ਪ੍ਰਾਇੋਰਟੀ ਹੈ। ਔਰ ਪਿਛਲੇ ਕੁਝ ਸਮੇਂ ਦੇ ਵਿੱਚ ਅਸੀਂ ਵੇਖਿਆ ਕਿ ਜਿਹੜਾ ਸਟੂਡੈਂਟਸ ਆ ਉਹਨਾਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ। ਪਹਿਲਾਂ ਸਟੂਡੈਂਟਸ ਜਿਹੜੇ 6 ਬੈਂਡ ਵਾਲੇ ਉਹ US ਦਾ ਰੁੱਖ ਘੱਟ ਕਰਦੇ ਹੁੰਦੇ ਸੀ। ਕੈਨੇਡਾ ਹਮੇਸ਼ਾ ਪਹਿਲੀ ਪ੍ਰੈਫਰੈਂਸ ਹੁੰਦੀ ਸੀ, ਕਿਉਂਕਿ ਪੰਜਾਬ 6 ਬੈਂਡ ਮਤਲਬ ਕੈਨੇਡਾ ਆ, ਇੱਥੋਂ ਕੋਈ ਦੂਜੀ ਰਾਏ ਨਹੀਂ ਹੁੰਦੀ ਸੀ। ਔਰ ਸਭ ਨੂੰ ਲੱਗਦਾ ਸੀ ਕਿ ਕੈਨੇਡਾ ਕਿਉਂਕਿ ਸੌਖੀ ਸੈਟਲਮੈਂਟ ਦਿੰਦਾ, PR ਦਿੰਦਾ, ਇਸ ਕਰਕੇ ਸਭ ਨੂੰ ਕੈਨੇਡਾ ਦੇ ਰੁੱਖ ਰਿਹਾ। ਮਾਰਕੀਟਿੰਗ ਸੌਖੀ ਆ, ਇੰਟਰਵਿਊ ਨਹੀਂ ਹੁੰਦੀ, ਅੰਬੈਸੀ ਦੀ ਫਾਈਲਿੰਗ ਸਧਾਰਨ ਹੈ। ਸੋ ਇਸ ਕਰਕੇ ਸਾਰੀਆਂ ਐਪਲੀਕੇਸ਼ਨਸ ਕੈਨੇਡਾ ਨੂੰ ਲੱਗਦੀਆਂ ਰਹੀਆਂ। ਬਟ ਪਿਛਲੇ ਆਲਮੋਸਟ ਆ ਜਿਹੜੇ 1.5-2 ਸਾਲ ਨੇ, ਇਹਨੇ ਸਮਾਂ ਬਦਲ ਕੇ ਰੱਖਤਾ ਆ। ਇਹਦੇ ਵਿੱਚ ਕੀ ਹੋਇਆ ਕਿ ਬਹੁਤ ਸਾਰੀਆਂ ਐਪਲੀਕੇਸ਼ਨਸ ਜਿਹੜੀਆਂ ਉਹ ਰਿਜੈਕਟ ਹੋਈਆਂ ਕੈਨੇਡੀਅਨ ਅੰਬੈਸੀ ਤੋਂ। ਸਟੂਡੈਂਟਸ ਨੇ ਜਿਹੜੇ ਮਾੜੇ ਪ੍ਰੋਫਾਈਲ ਸੀਗੇ, ਜਿਨ੍ਹਾਂ ਦੇ ਉੱਪਰ ਪਹਿਲਾਂ ਵੀਜ਼ਾਜ਼ ਆ ਜਾਂਦੇ ਸੀ, ਉਹਨਾਂ ਉੱਪਰ ਵੀਜ਼ਾਜ਼ ਆਉਣੇ ਬੰਦ ਹੋ ਗਏ। ਉਹ ਕਿਹੜੇ ਪ੍ਰੋਫਾਈਲ ਸੀ? ਜਿੱਦਾਂ ਤੁਹਾਡੇ ਕੋਲ ਓਵਰਆਲ 6 ਆ, ਬਟ ਕਿਸੇ ਇੱਕ ਮੋਡਿਊਲ 'ਚ 5.5 ਆ, 5 ਆ। ਸੋ ਇਹ ਪ੍ਰੋਫਾਈਲਸ ਅੱਜ ਕੱਲ੍ਹ ਕੈਨੇਡੀਅਨ ਅੰਬੈਸੀ ਦਾ ਕੰਪਿਊਟਰ ਬਾਹਰ ਕੱਢ ਦਿੰਦਾ ਆ। ਓਕੇ। ਸੋ ਇਹ ਵੀਜ਼ਾ ਅਫਸਰ ਤੱਕ ਵੀ ਨਹੀਂ ਜਾਂਦੀ। ਚਿਨੂਕ ਨਾਂ ਦੇ ਸੌਫਟਵੇਅਰ ਨੇ $85 ਮਿਲੀਅਨ ਦੀ ਉਹਨਾਂ ਨੇ ਫੰਡਿੰਗ ਕੀਤੀ ਹੈ ਗਵਰਨਮੈਂਟ ਨੂੰ। ਔਰ ਓਬਵੀਅਸਲੀ ਅਸੀਂ ਵੇਖਿਆ 500 ਇੰਪਲੋਈਜ਼ ਨਵੇਂ ਹਾਇਰ ਕੀਤੇ ਆ, ਬਿਕੋਜ਼ ਇਸ ਸਮੇਂ 'ਚ ਕੈਨੇਡੀਅਨ ਅੰਬੈਸੀ ਦਾ ਬੈਕਲੌਗ ਵੀ 21 ਲੱਖ ਦਾ ਆ। ਓਕੇ। ਸੋ ਜਿਹੜਾ ਸਾਲ ਦਾ ਕੋਟਾ ਆ ਜਿਹੜਾ ਸਟੂਡੈਂਟ ਦਾ ਆ, ਉਹਦੇ 'ਚੋਂ ਲਾਈਕ ਇਹ ਸਾਰੀਆਂ ਜਿਹੜੀਆਂ ਐਪਲੀਕੇਸ਼ਨਸ ਨੇ, ਸਭ ਤਰ੍ਹਾਂ ਦੀਆਂ ਐਪਲੀਕੇਸ਼ਨਸ ਆ। ਇਹਦੇ 'ਚੋਂ ਮਤਲਬ ਕਾਫੀ ਸਾਰੇ ਸਟੂਡੈਂਟਸ ਨੇ। ਜਿਹੜਾ ਐਨੂਅਲ ਕੋਟਾ ਆ ਉਹ 1.25 ਲੱਖ ਸਟੂਡੈਂਟ ਦਾ ਹੁੰਦਾ। ਪਿਛਲੇ ਸਾਲ 2.5 ਲੱਖ ਗਏ ਨੇ। ਸੋ ਇਸ ਸਾਲ ਵੀ ਉਮੀਦ ਹੈ ਕਿ 2.5 ਲੱਖ ਦੇ ਕਰੀਬ ਭਰਤੀ ਕਰ ਸਕਦੇ ਨੇ ਉਹ ਸਟੂਡੈਂਟਸ ਨੂੰ। ਬਟ ਬਹੁਤ ਵੱਡੀ ਤਾਦਾਦ ਜਿਹੜੀ 7-8 ਲੱਖ 10 ਲੱਖ ਦੇ ਕਰੀਬ ਜਿਹੜੀਆਂ ਸਟੂਡੈਂਟ ਫਾਈਲਸ ਨੇ, ਉਹਦੇ ਵਿੱਚੋਂ ਬਹੁਤ ਸਾਰੀਆਂ ਐਪਲੀਕੇਸ਼ਨ ਰਿਜੈਕਟ ਹੁੰਦੀਆਂ ਨੇ। ਓਕੇ। ਫਿਰ ਉਹ ਅਲਟਰਨੇਟਲੀ ਉਹ ਸਟੂਡੈਂਟਸ ਨੂੰ US ਨੂੰ ਅਪਲਾਈ ਕਰਨਾ ਪੈਂਦਾ। ਸੋ ਸਟੂਡੈਂਟਸ ਦਾ ਜਿਹੜਾ ਜਮਾਵੜਾ ਆ, ਰਸ਼ ਹੈ, ਉਹ ਕਾਫੀ ਟਰਮੈਂਡਸ ਗਰੋਥ ਹੈ ਉਹਦੀ ਜਿਹੜੀ US ਦੇ ਲਈ। ਔਰ ਇਹ US ਦੀ ਗਰੋਥ ਕਰਕੇ ਹੀ ਜਿਹੜਾ ਇਸੇ ਮੌਕੇ ਨੂੰ ਹੀ US ਅੰਬੈਸੀ ਵੀ ਨਹੀਂ ਛੱਡਣਾ ਚਾਹੁੰਦੀ, ਬਿਕੋਜ਼ ਸਟੂਡੈਂਟਸ ਧਨ ਹੈ ਸਾਰੇ ਮੁਲਕਾਂ ਲਈ।
ਬਿਕੋਜ਼ ਇਹੀ ਸਟੂਡੈਂਟਸ ਨੇ ਕੱਲ ਨੂੰ ਪ੍ਰੋਸਪੈਰਿਟੀ ਲੈ ਕੇ ਆਉਣੀ ਆ ਔਰ ਇਸ ਕਰਕੇ ਇਹਨੂੰ ਸਟੂਡੈਂਟ ਨੂੰ ਹੀ ਇਕੱਲਾ ਪ੍ਰਾਇੋਰਟਾਈਜ਼ ਕੀਤਾ ਗਿਆ। ਚਾਹੇ ਅੰਬੈਸੀ ਯੂਐਸ ਦੀ ਆਪਣੀ 100% ਕੈਪੈਸਿਟੀ 'ਚ ਹਾਲੇ ਵੀ ਕੰਮ ਨਹੀਂ ਕਰ ਰਹੀ, ਬਟ ਤਰਜੀਹ ਕਿਹਨੂੰ ਦਿੱਤੀ ਹੈ? ਇਕੱਲੇ ਸਟੂਡੈਂਟ ਨੂੰ। ਇਕੱਲੇ ਸਟੂਡੈਂਟਸ ਨੂੰ। ਔਰ ਸਟੂਡੈਂਟ ਲਈ ਇਹ ਵੀ ਪੋਸੀਬਲ ਹੈ ਕਿ ਤੁਸੀਂ ਅਗਰ ਟੂਰਿਸਟ ਦੀ ਅਪਾਇੰਟਮੈਂਟ ਲੈਣੀ ਹੈ, ਤੁਸੀਂ ਸਵਾਏ ਦਿੱਲੀ ਤੋਂ ਨਹੀਂ ਲੈ ਸਕਦੇ ਅਗਰ ਤੁਸੀਂ ਪੰਜਾਬ 'ਚ ਰਹਿੰਦੇ ਹੋ। ਸੋ ਅਗਰ ਤੁਸੀਂ ਸਟੂਡੈਂਟ ਹੋ, ਤੁਸੀਂ ਕਿਸੇ ਵੀ ਕੌਂਸੂਲੇਟ ਦੀ ਅਪਾਇੰਟਮੈਂਟ ਲੈ ਸਕਦੇ ਹੋ, ਚਾਹੇ ਦਿੱਲੀ ਹੈ, ਚਾਹੇ ਬੰਬੇ ਹੈ, ਚਾਹੇ ਹੈਦਰਾਬਾਦ ਆ, ਚਾਹੇ ਕਲਕੱਤਾ ਹੈ, ਕਿਤੇ ਵੀ। ਦਿੱਲੀ ਤੁਸੀਂ ਕਿਸੇ ਵੀ ਕੌਂਸੂਲੇਟ ਦੀ ਅਪਾਇੰਟਮੈਂਟ ਲਈ ਜਾ ਸਕਦੀ ਹੈ। ਸੋ ਸਟੂਡੈਂਟ ਕਿਤੇ ਵੀ ਅਪੀਅਰ ਹੋ ਸਕਦਾ ਹੈ। ਰਾਈਟ। ਸੋ ਇਹ ਸਹੂਲਤਾਂ ਨੇ ਸਟੂਡੈਂਟ ਲਈ। ਔਰ ਅੰਬੈਸੀ ਨੇ 3-4 ਵਾਰੀ ਵੈਬੀਨਾਰਸ ਲਾਏ ਨੇ। ਐਜੂਕੇਸ਼ਨ USA ਪ੍ਰੀਮੀਅਰ ਏਜੰਸੀ ਹੈ US ਦੀ, ਜਿਹੜੀ US ਐਜੂਕੇਸ਼ਨ ਨੂੰ ਪ੍ਰਮੋਟ ਕਰਦੀ ਹੈ, ਉਹ ਕਾਫੀ ਅਗਰੈਸਿਵ ਹੋਈ ਹੈ। ਸੋ ਉਹ ਵੀ ਲਗਾਤਾਰ ਵੈਬੀਨਾਰਸ ਰਾਹੀਂ, ਵੈਬੀਨਾਰਸ ਵਿੱਚ ਵੀ ਕਾਮੇਡੀ ਜਿਹੜੇ ਸ਼ੋਜ਼ ਉਹਨਾਂ ਨੇ ਆਪਣੇ ਪੇਜਸ ਦੇ ਉੱਪਰ ਪਾਏ ਨੇ ਕਿ ਸਟੂਡੈਂਟਸ ਉਹਦੇ ਵਿੱਚ ਵੀ ਲਾਈਕ ਜਿਹੜੇ ਸਟੂਡੈਂਟ US ਐਜੂਕੇਸ਼ਨ ਦੇ ਨਾਲ ਹੀ ਸੰਬੰਧਿਤ ਸਭ ਚੀਜ਼ਾਂ ਨੇ। ਸੋ ਇਹ ਇੱਕ ਐਸਾ ਮਾਹੌਲ ਬਣਿਆ ਹੋਇਆ ਕਿ ਜਿਹਦੇ ਵਿੱਚ US ਲਈ ਸਟੂਡੈਂਟਸ ਇਸ ਟਾਈਮ ਭਰ ਕੇ ਆ ਰਹੇ ਨੇ। ਔਰ ਤੁਸੀਂ ਵੇਖੋਗੇ ਇਸ ਸਾਲ US ਤੁਹਾਨੂੰ ਕਹੇਗਾ ਕਿ ਅਸੀਂ ਇਸ ਸਾਲ ਦੇ ਅਖੀਰ ਤੱਕ US ਦੀਆਂ ਸਟੇਟਮੈਂਟਸ ਆਉਣਗੀਆਂ, ਉਹ ਕਹਿਣਗੇ ਕਿ ਅਸੀਂ ਅੱਜ ਤੱਕ ਦੀਆਂ ਰਿਕਾਰਡ ਭਰਤੀਆਂ ਐਤਕੀ ਕੀਤੀਆਂ ਨੇ, ਰਿਕਾਰਡ ਵੀਜ਼ਾਸ ਐਤਕੀ ਦਿੱਤੇ ਆ। ਓਕੇ। ਸੋ ਅਸੀਂ ਪਿਛਲੇ ਸਾਲ ਵੀ ਵੇਖਿਆ ਸੀ, ਸਿਰਫ 2 ਮਹੀਨੇ ਦੇ ਵਿੱਚ ਅੰਬੈਸੀਜ਼ ਨੇ, ਬਹੁਤ ਥੋੜੇ ਸਮੇਂ ਲਈ, ਜੁਲਾਈ ਅਗਸਤ ਦੇ ਵਿੱਚ ਅੰਬੈਸੀ ਖੁੱਲੀ ਸੀ ਜਦੋਂ ਓਪਨ ਹੋਈ ਹੈ, ਔਰ ਉਹ ਥੋੜੇ ਜਿਹੇ ਸਮੇਂ 'ਚ 55,000 ਵੀਜ਼ਾਸ ਦਾ ਰਿਕਾਰਡ ਸੀਗਾ ਕਿ ਜੋ ਕਿ ਉਸ ਸਮੇਂ ਦੇ ਹਿਸਾਬ ਨਾਲ ਮੰਥਲੀ ਜਿਹੜੀ ਕੋਟਾ ਦੇ ਹਿਸਾਬ ਨਾਲ ਸਟੂਡੈਂਟਸ ਲਈ ਕਾਫੀ ਹੈ। ਹਾਂਜੀ। ਔਰ ਅਦਰਵਾਈਜ਼ UK ਜਿਹੜੀ US ਅੰਬੈਸੀ ਆ, ਇਹ ਮਹੀਨੇ ਦੇ ਵਿੱਚ ਲਗਭਗ ਲੱਖ ਨਾਨ ਇਮੀਗ੍ਰੈਂਟ ਵੀਜ਼ਾਸ ਗ੍ਰਾਂਟ ਕਰਦੀ ਹੈ। ਹਾਂਜੀ। ਔਰ ਸਟੂਡੈਂਟਸ ਲਈ ਫਾਇਦਾ ਆ। ਸੋ ਸਟੂਡੈਂਟਸ ਇਸ ਸਮੇਂ ਦੇ ਵਿੱਚ ਜਿਹੜੀ ਅੰਬੈਸੀ ਦਾ ਉਹਦਾ ਸਕਸੈਸ ਰੇਟ ਚੰਗਾ ਆ। ਅੰਬੈਸੀ ਦੇ ਵੀਜ਼ਾ ਗ੍ਰਾਂਟ ਕਰਨ ਦੀ ਜਿਹੜੀ ਕਪੈਸਿਟੀ ਆ, ਜਿਹੜਾ ਵੀਜ਼ਾ ਦੇਣ ਦਾ ਜਿਹੜਾ ਟ੍ਰੈਂਡ ਆ, ਉਹ ਕਾਫੀ ਪੋਜ਼ਿਟਿਵ ਆ। ਓਕੇ। ਸੋ ਇਸ ਕਰਕੇ ਜਿਹੜੇ ਸਟੂਡੈਂਟਸ ਇਸ ਸਮੇਂ 'ਚ ਅਪਲਾਈ ਕਰ ਲੈਣਗੇ, ਉਹਨਾਂ ਨੂੰ ਵੀਜ਼ਾਸ ਦਾ ਹਮੇਸ਼ਾ ਵਾਧਾ ਰਹੇਗਾ, ਕਾਫੀ ਫਾਇਦਾ ਹੋਏਗਾ। ਸੋ ਕੈਨੇਡਾ ਦਾ ਕੀ ਸੀਨ ਬਣਦਾ? ਕਿਉਂਕਿ ਉਹ ਅਸੀਂ ਕੰਟੈਂਪਰੇਰੀ ਪੁੱਛਦੇ ਰਹਿੰਦੇ ਹਾਂ ਕਿ ਅਮਰੀਕਾ ਕੀ ਕਹਿ ਰਿਹਾ ਤੇ ਕੈਨੇਡਾ ਕੀ ਕਹਿ ਰਿਹਾ, ਕਿਉਂਕਿ ਆਲ ਟੂਗੇਦਰ ਡਿਫਰੈਂਟ ਪ੍ਰੋਸੈਸ ਰਹਿੰਦਾ। ਤਾਂ ਇਸ ਵਕਤ ਕੈਨੇਡਾ ਦੀ ਕੀ ਕਰੰਟ ਸਿਚੁਏਸ਼ਨ ਹੈ? ਕੈਨੇਡਾ 'ਚ ਬੈਕਲੌਗਸ ਦਾ ਭਾਰ ਜ਼ਰੂਰ ਹੈ, ਬਟ ਕੈਨੇਡਾ ਨੇ ਆਪਣੀ ਕੈਪੈਸਿਟੀ, ਕੈਨੇਡਾ ਨੇ ਵੀ ਕਾਫੀ ਗਰੋ ਕੀਤੀ ਹੈ। ਬਿਕੋਜ਼ ਇੱਕ ਚੀਜ਼ ਬੜੀ ਪੱਕੀ ਆ ਕਿ ਕੈਨੇਡਾ ਇਮੀਗ੍ਰੈਂਟਸ ਦਾ ਕੰਟਰੀ ਆ, ਇਹ ਉਹਨੇ ਬਾਰ-ਬਾਰ ਸਿੱਧ ਕੀਤਾ ਆ। ਸੋ ਕੈਨੇਡਾ ਨੇ ਆਪਣੀ ਜਿਹੜੀ ਪਿਛਲੇ ਸਾਲ ਦਾ ਕੋਟਾ ਸੀ ਜਿਹੜਾ ਇਮੀਗ੍ਰੈਂਟਸ, ਉਹ ਵੀ ਪੂਰਾ ਕੀਤਾ ਹੈ। ਇਸ ਸਾਲ ਦਾ ਵੀ ਕੋਟਾ ਉਹਨਾਂ ਨੇ ਪੂਰਾ ਕਰਨਾ ਹੈ। ਸਟੂਡੈਂਟਸ ਦਾ ਕੋਟਾ ਡਬਲ ਕੀਤਾ ਹੈ, ਇਸ ਸਾਲ ਦਾ ਵੀ ਆਲਮੋਸਟ ਡਬਲ ਹੋਣ ਵਾਲਾ ਆ। ਸੋ ਜਿਹੜੀਆਂ ਸਪਟੰਬਰ ਦੀਆਂ ਡੇਟਸ ਨੇ, ਸਪਟੰਬਰ ਦੇ ਵਿੱਚ ਜਿਹੜੇ ਸਟੂਡੈਂਟਸ ਜਾਣਾ ਚਾਹੁੰਦੇ ਪੜ੍ਹਾਈ ਲਈ, ਉਹਨਾਂ ਦੇ ਕੋਲ ਇਸ ਸਮੇਂ ਦੇ ਵਿੱਚ ਸ਼ਾਇਦ ਸੀਟਾਂ ਬਹੁਤ ਥੋੜੀਆਂ ਬਚੀਆਂ ਨੇ। ਸੋ ਸਟੂਡੈਂਟਸ ਅਗਰ ਲੇਟ ਹੁੰਦੇ ਆ ਤੇ ਉਹਨਾਂ ਨੂੰ ਸਪਟੰਬਰ ਦੇ ਵਿੱਚ ਜਾਣਾ ਪੋਸੀਬਲ ਨਹੀਂ ਹੁੰਦਾ। ਸੋ ਜਿਹੜੇ ਬੱਚੇ ਜੂਨ ਦੇ ਮਹੀਨੇ ਦੇ ਵਿੱਚ ਅਪਲਾਈ ਕਰ ਲੈਣਗੇ, ਜੀ ਅਪਲਾਈ ਦਾ ਮਤਲਬ ਅੰਬੈਸੀ ਦੇ ਵਿੱਚ ਅਪਲਾਈ ਕਰ ਲੈਣਗੇ, ਉਹੀ ਸਟੂਡੈਂਟਸ ਜਿਹੜੇ ਸਤੰਬਰ ਲਈ ਜਾ ਪਾਉਣਗੇ। ਜਿਹੜੇ ਇਹ ਜੂਨ ਦਾ ਮਹੀਨਾ ਛੱਡ ਜਾਣਗੇ, ਬਿਕੋਜ਼ ਪਹਿਲਾਂ ਜਿਹੜੀ ਲਾਸਟ ਡੇਟ ਆ ਉਹ ਜੁਲਾਈ ਦੀ ਹੁੰਦੀ ਆ, 31 ਜੁਲਾਈ 30 ਜੁਲਾਈ ਜਿਹੜਾ ਵੀ ਮੰਥ ਦਾ ਐਂਡ ਆ, ਐਂਡਲੀ ਡੇਟ ਆ। ਸੋ ਉਹਨੂੰ 1 ਮਹੀਨਾ ਐਡਵਾਂਸ ਮੰਨ ਕੇ ਚੱਲਣਾ ਪੈਣਾ ਹੈ। ਜਿਹੜੇ ਸਟੂਡੈਂਟਸ ਦੇ ਇਫੈਕਟਿਵਲੀ ਕਿ ਵੀਜ਼ਾ ਪੱਕੇ ਆ ਜਾਣਗੇ ਇਸ ਸਮੇਂ ਤੱਕ, ਹਾਂਜੀ, ਉਹ ਹੈਗੇ ਨੇ ਜਿਨ੍ਹਾਂ ਦਾ 30 ਮਈ ਤੱਕ ਆਪਣੇ ਪਾਸਪੋਰਟ ਜਿਹੜੇ ਸਬਮਿਟ ਹੋ ਚੁੱਕੇ ਨੇ ਅੰਬੈਸੀ ਦੇ ਵਿੱਚ। ਸੋ ਆ ਜੂਨ ਮਹੀਨਾ ਵੀ ਇੱਕ ਗ੍ਰੇਸ ਪੀਰੀਅਡ ਆ, ਬਿਕੋਜ਼ ਅੰਬੈਸੀ 'ਚ ਰਸ਼ ਬਹੁਤ ਹੈ, ਅੰਬੈਸੀ 'ਚ ਬੈਕਲੌਗਸ ਬਹੁਤ ਆ। ਅੰਬੈਸੀ ਦੇ ਵਿੱਚ ਉਹ ਕੇਸਿਸ ਬਹੁਤ ਸਾਰੇ ਪ੍ਰੋਸੈਸ ਕਰਦੇ ਨੇ, ਜਿੰਨੇ ਪ੍ਰੋਸੈਸ ਕਰਦੇ ਉਹਨਾਂ ਢੇਰ ਉੱਤੇ ਫਿਰ ਲੱਗ ਜਾਂਦਾ ਹੈ। ਬਿਕੋਜ਼ ਕੋਵਿਡ ਨੇ ਜਿਹੜੀ ਸਪੀਡ ਸਲੋ ਕੀਤੀ ਆ, ਜਿੰਨੀਆਂ ਦੇਰ ਬ੍ਰੇਕਾਂ ਲੱਗੀਆਂ ਰਹੀਆਂ, ਉਹਨੂੰ ਫੁੱਲ ਐਕਸੀਲੇਟਰ ਦੇ ਉੱਪਰ ਆਉਂਦਿਆਂ ਸਮਾਂ ਲੱਗਣਾ ਆ। ਔਰ ਜਿਹੜਾ ਬੈਕਲੌਗਸ ਨਾਮ ਦਾ ਚਿੱਕੜ ਬ੍ਰੇਕਾਂ ਵਿੱਚ ਫਸਿਆ ਆ, ਸੋ ਉਹਨੇ ਤੁਹਾਡੀ ਸਪੀਡ ਨੂੰ ਜ਼ਰੂਰ ਸਲੋ ਕਰਨਾ ਹੈ। ਸੋ ਯੈਸ, ਗ੍ਰੈਜੂਅਲੀ ਇਟ ਇਜ਼ ਟਰਨਿੰਗ ਟੂ ਨਾਰਮਲ। ਔਰ ਆਲਮੋਸਟ ਦੋਨੋਂ ਅੰਬੈਸੀਜ਼ ਨੇ ਪ੍ਰਣ ਕੀਤਾ ਹੋਇਆ ਕਿ ਇਸ ਸਾਲ 31 ਦਸੰਬਰ 2022 ਤੱਕ ਇਹ ਚੀਜ਼ਾਂ ਨੂੰ ਨਾਰਮਲ ਲੈ ਆਉਣਗੇ, ਸਭ ਚੀਜ਼ਾਂ। ਓਕੇ। ਸੋ ਨਾਰਮਲ ਹੋਣ ਦੀ ਕਾਫੀ ਉਮੀਦ ਆ। ਸੋ ਉਮੀਦ ਕਰਦੇ ਹਾਂ ਕਿ ਇਹ ਆਪਣੀ ਜਿਸ ਤਰੀਕੇ ਨਾਲ ਪੁਰਾਣੀ ਕੈਪੈਸਿਟੀ ਦੇ ਉੱਪਰ ਇਹ ਦੋਨੋਂ ਅੰਬੈਸੀਜ਼ ਅਗਰੈਸਿਵਲੀ ਕੰਮ ਕਰਦੀਆਂ, ਸਾਡੇ ਸਟੂਡੈਂਟਸ ਨੂੰ, ਸਾਡੇ ਟੂਰਿਸਟ ਨੂੰ, ਸਾਡੇ ਐਪਲੀਕੈਂਟਸ ਨੂੰ ਜਿਹੜੇ ਕੁਇਕਲੀ ਵੀਜ਼ਾਸ ਮਿਲਦੇ ਨੇ, ਸੋ ਉਹ ਉਸੇ ਰਫਤਾਰ ਨਾਲ ਮਿਲਣਗੇ। ਔਰ ਇਸ ਸਮੇਂ ਦੇ ਵਿੱਚ ਜਿਹੜੀ ਕੈਨੇਡਾ ਦੇ ਵਿੱਚ ਜਿਹੜੀ ਰਫਤਾਰ ਹੈ ਵੀਜ਼ਾ ਗ੍ਰਾਂਟ ਕਰਨ ਦੀ, ਉਹ ਅੱਜ ਵੀਜ਼ਾ ਅਪਲਾਈ ਕਰਦੇ ਹੋ, ਉਹਦਾ 2.5 ਤੋਂ 3 ਮਹੀਨੇ ਬਾਅਦ ਵੀਜ਼ਾ ਆਉਂਦਾ ਆ। ਸੋ ਇਹ ਉਹਦਾ ਪ੍ਰੋਸੈਸਿੰਗ ਟਾਈਮ ਹੈ ਜੀ। ਸੋ US ਵਿੱਚ ਖੈਰ ਲੱਕੀਲੀ ਪ੍ਰੋਸੈਸਿੰਗ ਟਾਈਮ ਡਿਲੇ ਨਹੀਂ ਹੈਗਾ। ਤੁਸੀਂ ਅੱਜ ਵੀਜ਼ਾ ਅਪਲਾਈ ਕੀਤਾ ਤੇ ਕੱਲ ਨੂੰ ਤੁਹਾਡੇ ਕੋਲ ਵੀਜ਼ਾ ਹੋਣਾ ਹੈ। ਸੋ ਇਹ ਦੋਨੋਂ ਅੰਬੈਸੀ 'ਚ ਇੱਕ ਵੱਡਾ ਅੰਤਰ ਹੈ। ਸੋ ਇਹਦੇ ਵੀ ਰਿਜ਼ਲਟਸ ਪੋਜ਼ਿਟਿਵ ਨੇ, ਬਹੁਤ ਅੱਛੇ ਸਾਈਨ ਜਾ ਰਹੇ ਨੇ। ਸੋ ਇੱਕ ਚੀਜ਼ ਹੈ ਜੋ ਆਪਣੇ ਕੋਲ ਵਿਊਜ਼ ਆਉਂਦੇ ਨੇ ਦਰਸ਼ਕਾਂ ਦੇ, ਉਹਦੇ ਵਿੱਚ ਇੱਕ ਵਿਊਜ਼ ਸੀ ਬੜਾ ਇੰਟਰਸਟਿੰਗ ਜਿਹਾ ਕਿ ਕਈ ਲੋਕ ਇਸ ਡਰ ਤੋਂ ਅਪਲਾਈ ਨਹੀਂ ਕਰਦੇ ਕਿ ਸ਼ਾਇਦ ਰਿਫਿਊਜ਼ ਹੋ ਜਾਏਗਾ।
ਔਰ ਉਸ ਤੋਂ ਬਾਅਦ ਉਹਦੇ ਪਤਾ ਨਹੀਂ ਕਿੱਦਾਂ ਦੇ ਰਿਜ਼ਲਟਸ ਆਉਣਗੇ, ਫਰਦਰ ਉਹ ਅਪਲਾਈ ਕਰ ਸਕਣਗੇ ਕਿ ਨਹੀਂ ਕਰ ਸਕਣਗੇ, ਇਹ ਕੀ ਡਰ ਹੈ, ਮੈਨੂੰ ਇਹ ਸਮਝ ਨਹੀਂ ਆਈ। ਯੈਸ, ਖੈਰ ਜਿਸ ਤਰੀਕੇ ਨਾਲ ਜਿਸ ਸਮਾਜ 'ਚ ਅਸੀਂ ਰਹਿੰਦੇ ਹਾਂ, ਦ ਵੇ ਵੀ ਗਰੂ ਅਪ, ਉਹ ਸਾਈਕੋਲੋਜੀ ਸਾਨੂੰ ਹਮੇਸ਼ਾ ਹਿੱਟ ਕਰਦੀ ਹੈ, ਟੌਂਟ ਕਰਦੀ ਹੈ। ਔਰ ਇੱਕ ਬਹੁਤ ਤਕੜਾ ਡਰ ਪਿਆ ਸ਼ੁਰੂ ਤੋਂ ਹੀ ਕਿ ਵੀਜ਼ਾ ਲੱਗ ਗਿਆ, ਰਿਫਿਊਜ਼ ਲੱਗ ਗਈ, ਉਹ ਠੱਪਾ ਲੱਗ ਗਿਆ, ਮੋਹਰ ਲੱਗ ਗਈ, ਬਲੈਕ ਲਿਸਟ ਹੋ ਗਿਆ। ਇਹ ਮਤਲਬ ਦਿਸ ਫੀਅਰ ਇਜ਼ ਫॉर ਨਥਿੰਗ ਐਕਚੁਅਲੀ, ਕੁਛ ਨਹੀਂ ਹੈਗਾ। ਵੀਜ਼ਾ ਕਿਸੇ ਮੁਲਕ ਦੇ ਵਿੱਚ ਵੜਨ ਦੀ ਪਰਮਿਸ਼ਨ ਹੈ। ਸੋ ਅਗਰ ਤੈਨੂੰ ਪਰਮਿਸ਼ਨ ਨਹੀਂ ਮਿਲੀ, ਤੈਨੂੰ ਜੇਲ੍ਹ ਨਹੀਂ ਹੋ ਰਹੀ, ਤੈਨੂੰ ਪਰਮਿਸ਼ਨ ਨਹੀਂ ਮਿਲੀ, ਅਗਲੀ ਵਾਰੀ ਮਿਲ ਜਾਏਗੀ। ਅੱਛਾ, ਸੋ ਇਹਨੂੰ ਇਸ ਤਰੀਕੇ ਨਾਲ ਸੋਚੋਗੇ ਤੇ ਫਿਰ ਸ਼ਾਇਦ ਤੁਹਾਡੇ ਸੋਚਣ ਦਾ ਨਜ਼ਰੀਆ ਬਦਲ ਜਾਏਗਾ। ਸੋ ਜਿਹੜੇ ਲੋਕ ਇਸ ਚੀਜ਼ ਤੋਂ ਡਰਦੇ ਨੇ ਕਿ ਮੈਂ ਅੰਬੈਸੀ ਨਹੀਂ ਜਾਣਾ, ਮੇਰਾ ਕੇਸ ਰਿਫਿਊਜ਼ ਹੋ ਗਿਆ ਤੇ ਪਤਾ ਨਹੀਂ ਕੀ ਹੋ ਜਾਣਾ, ਕਿਤੇ ਪਰਲੋ ਨਹੀਂ ਆਉਣ ਲੱਗੀ। ਤੁਸੀਂ ਜਿਸ ਅਵਸਥਾ 'ਚ ਹੈਗੇ ਹੋ, ਜਿਹੜੇ ਘਰ ਰਹਿੰਦੇ ਹੋ, ਜਿਹੜੇ ਜਿਹੜੇ ਛਾਬੇ ਜੋ ਪ੍ਰਸ਼ਾਦੇ ਛਕਦੇ ਹੋ, ਕੁਛ ਨਹੀਂ ਮੁੱਕਣ ਲੱਗਾ। ਉਹ ਸਾਰਾ ਕੁਝ ਇਦਾਂ ਹੀ ਚੱਲਦਾ ਰਹਿ ਰਿਹਾ। ਸੋ ਅਗਰ ਵੀਜ਼ਾ ਲੱਗ ਗਿਆ, ਤੁਸੀਂ ਬਾਹਰ ਘੁੰਮਣ ਫਿਰਨ ਜਾ ਸਕਦੇ ਹੋ, ਪੜ੍ਹਨ ਜਾ ਸਕਦੇ ਹੋ, ਸੈਟਲ ਹੋਣ ਜਾ ਸਕਦੇ ਹੋ, ਕੰਮ ਕਰਨ ਜਾ ਸਕਦੇ ਹੋ। ਸੋ ਇਹ ਐਗਜ਼ੈਕਟਲੀ ਉੱਦਾਂ ਦਾ ਫੀਅਰ ਹੈ ਕਿ ਬੰਦਾ ਪਾਣੀ ਦੇ ਬਾਹਰ ਖੜ ਕੇ ਇਹ ਸੋਚ ਰਿਹਾ ਕਿ ਯਾਰ ਜੇ ਮੈਨੂੰ ਤਰਨਾ ਨਾ ਆਇਆ ਤੇ ਮੈਂ ਡੁੱਬ ਨਾ ਜਾਵਾਂ। ਸੋ ਬਟ ਇਹ ਫੀਅਰ ਠੀਕ ਹੈ ਆਪਣੀ ਥਾਂ ਤੇ, ਬਟ ਤੁਸੀਂ ਤਰਨਾ ਸਿੱਖਣਾ ਆ, ਉਹਦਾ ਫਾਰਮੂਲਾ ਕੀ ਹੈ? ਯੈਸ, ਤੁਸੀਂ ਪਾਰ ਕਿਵੇਂ ਕਰਨਾ ਹੈ? So you need to dive in. Yes. So बहुत ਸਧਾਰਨ ਗੱਲ ਹੈ, if you want to learn swimming you need to dive in. So ਦੂਸਰਾ ਕੋਈ ਫਾਰਮੂਲਾ ਹੈ ਨਹੀਂ, ਬਾਹਰ ਕੰਢੇ ਤੇ ਰਹਿ ਕੇ ਸਾਰੀ ਉਮਰ ਸੋਚੀ ਜਾਓ ਕਿ ਯਾਰ ਮੈਂ ਜੇ ਤਰਨਾ ਆਊਗਾ ਤਾਂ ਮੈਂ ਤਾਂ ਹੀ ਛਾਲ ਮਾਰਨੀ ਆ, ਬਿਕੋਜ਼ ਇਹ ਸਾਈਕੋਲੋਜੀ ਬਹੁਤ ਸਾਰੇ ਲੋਕਾਂ ਦੀ ਹੈਗੀ ਆ। ਬਟ ਫਾਰਮੂਲਾ ਉਹੀ ਆ ਕਿ if you want to learn swimming you need to jump in. ਸੋ ਹੋਰ ਦੂਸਰਾ ਸਵਿਮਿੰਗ ਸਿੱਖਣ ਦਾ ਹਵਾ ਦੇ ਵਿੱਚ ਕੋਈ ਹਾਲੇ ਤੱਕ ਐਸਾ ਫਾਰਮੂਲਾ ਤਿਆਰ ਨਹੀਂ ਹੋਇਆ ਜਿਹੜਾ ਤੁਹਾਨੂੰ ਇਹ ਦੱਸ ਸਕੇ ਕਿ ਯੈਸ ਕਨਫਰਮ ਕਰਕੇ ਸਰਟੀਫਾਈ ਕਰ ਸਕੇ ਕਿ ਤੁਸੀਂ ਛਾਲ ਮਾਰੋ ਭਾਜੀ, ਆਪਣੇ ਆਪ ਤੁਹਾਡੇ ਖੰਭ ਖੁੱਲ ਜਾਣੇ ਆ, ਆਪਣੇ ਆਪ ਤੁਹਾਨੂੰ ਤੈਰਨਾ ਆ ਜਾਣਾ। ਇਦਾਂ ਦਾ ਕੁਝ ਨਹੀਂ ਹੈਗਾ ਹਾਲੇ। ਤੁਸੀਂ ਦੇਖੋ ਕਿ ਸਾਡੇ ਕੋਲ ਜਿਹੜੇ ਸਟੂਡੈਂਟਸ ਨੇ ਉਹ ਵੱਖੋ-ਵੱਖ ਸਟਰੀਮਸ ਤੋਂ ਨੇ, ਵੱਖੋ-ਵੱਖ ਇਲਾਕੇ ਤੋਂ ਨੇ। ਤੁਸੀਂ ਇੱਕ ਗੱਲ ਕੀਤੀ ਹੈ ਕਿ ਸਾਡਾ ਜੋ ਸੋਸਾਇਟੀ ਆ ਉਹਦੇ 'ਚ ਜਿਹੜੀ ਸਾਈਕੋਲੋਜੀ ਉਹ ਹਿੱਟ ਕਰਦੀ ਹੈ ਜੀ। ਹੁਣ ਕਈ ਆਉਂਦੇ ਨੇ ਬੜੇ ਵੈਲ ਟੂ ਡੂ ਫੈਮਿਲੀਜ਼ ਤੋਂ, ਉਹਨਾਂ ਨੂੰ ਬੜਾ ਐਕਸਪੋਜ਼ਰ ਮਿਲਿਆ, ਉਹਨਾਂ ਦੀ ਨੇਚਰ ਡਿਫਰੈਂਸ ਹੈ, ਬੜੀ ਓਪਨ ਐਂਡ ਬੜੇ ਬੋਲਡ ਨੇ ਜੀ। ਇੱਕ ਆਇਆ ਕੋਈ ਪਿੰਡ ਤੋਂ ਆਇਆ ਹੈ ਮੁੰਡਾ, ਲੇਕਿਨ ਚਾਹ ਹੈ ਕਿ ਬਾਹਰ ਜਾਣਾ ਹੈ, ਉਹਦੀ ਇੱਛਾ ਹੈ ਬਾਹਰ ਜਾਣਾ, ਪਰ ਉਹ ਡਰਿਆ ਉਹ ਸਾਈਕੋਲੋਜੀ ਉੱਦਾਂ ਦੀ, ਕਿਉਂਕਿ ਉਹਨੂੰ ਐਕਸਪੋਜ਼ਰ ਨਹੀਂ ਮਿਲਿਆ ਪਿੰਡ ਦੀ ਸਾਈਕੋਲੋਜੀ, ਠੀਕ ਹੈ ਨਾ, ਖੁੱਲਿਆ ਨਹੀਂ ਹੋਇਆ, ਉਹ ਗੱਲ ਕਰਨ ਤੋਂ ਵੀ ਝਿਜਕਦਾ, ਸ਼ਰਮਾਉਂਦਾ। ਹੁਣ ਇਹ ਦੋਨੋਂ ਸਟੂਡੈਂਟਸ ਨੇ ਜਾਣਾ ਸੇਮ ਅੰਬੈਸੀ ਆ ਔਰ ਸੇਮ ਰਿਜ਼ਲਟ ਉਹਨਾਂ ਨੂੰ ਚਾਹੀਦੇ ਨੇ ਕਿ ਦੋਵਾਂ ਨੇ ਬਾਹਰ ਜਾਣਾ, ਇਸ ਕਰਕੇ ਉਹ ਵੀ ਦੋਵੇਂ ਆਏ ਹੋਏ ਨੇ। ਸੋ ਇੱਕ ਪਾਸੇ ਬੋਲਡ ਸਟੂਡੈਂਟ, ਇੱਕ ਪਾਸੇ ਉਹ ਡਰਿਆ ਸਟੂਡੈਂਟ, ਇਹ ਦੋਨਾਂ ਨੂੰ ਕਿਵੇਂ ਡੀਲ ਕਰੋਗੇ ਤੁਸੀਂ? ਦੇਖੋ ਯੂਐਸ ਦੇ ਵਿੱਚ ਬਹੁਤ ਸਧਾਰਨ ਗੱਲ ਹੈ। ਸੋ ਸਟੂਡੈਂਟਸ ਨੂੰ ਟ੍ਰੇਨ ਕਰਨਾ ਪੈਂਦਾ ਹੈ। ਸੋ ਸਟੂਡੈਂਟ ਕੋਈ ਵੀ ਇਦਾਂ ਦਾ ਨਹੀਂ ਹੈਗਾ ਕਿ ਜਿਹਨੂੰ 100% ਲੌਜਿਕ ਪਤਾ ਹੋਵੇ ਕਿ ਮੇਰੇ ਕੋਲ ਕੀ ਪੁੱਛਿਆ ਜਾਣਾ ਤੇ ਮੈਂ ਕੀ ਜਵਾਬ ਦੇਣਾ, ਬਿਕੋਜ਼ ਜਨਰਲ ਸਧਾਰਨ ਤੌਰ ਤੇ ਜੋ ਸਾਡੇ ਕੋਲ ਪੁੱਛਿਆ ਜਾਂਦਾ ਔਰ ਸਾਨੂੰ ਇਹੀ ਲੱਗਦਾ ਕਿ ਮੈਂ ਮਤਲਬ ਜੋ ਉਹਦਾ ਆਨਸਰ ਆ ਮੈਂ ਦੇ ਦਿੱਤਾ, ਬਟ ਉਹ ਆਨਸਰ ਦਰੁਸਤ ਨਹੀਂ ਆ, ਇਹ ਹਾਲੇ ਤੁਸੀਂ ਤੈਅ ਨਹੀਂ ਕਰ ਸਕਦੇ। ਸੋ ਹਰ 10ਵੀਂ ਦਾ ਬੱਚਾ ਜਿਹੜਾ 10ਵੀਂ ਦਾ ਪੇਪਰ ਦਿੰਦਾ ਆ, ਹਰ ਬੱਚਾ ਪੇਪਰ ਕੱਢ ਕੇ ਆਉਂਦਾ ਆ। ਸੋ ਕਿਸੇ ਦੇ 33 ਆ, ਕਿਸੇ ਦੇ 80 ਆ, ਕਿਸੇ ਦੇ 100 ਆ। ਸੋ ਜਿਹੜਾ ਐਗਜ਼ੈਕਟਲੀ ਜੋ ਲੌਜਿਕ ਉੱਥੇ ਡਿਲੀਵਰ ਹੋਣਾ ਚਾਹੀਦਾ ਹੈ, ਅਗਰ ਸਟੂਡੈਂਟ ਨੂੰ ਉਹਦਾ ਗਿਆਨ ਆ, ਉਹਦਾ ਕੌਨਫੀਡੈਂਸ ਆਪਣੇ ਆਪ ਗਰੋ ਕਰ ਜਾਣਾ ਹੈ। ਰਾਈਟ। ਔਰ ਇਹਨਾਂ ਦੀਆਂ ਕਲਾਸਿਸ ਲੱਗਦੀਆਂ ਨੇ ਇੱਥੇ ਸਾਡੇ ਕੋਲ। ਅਸੀਂ ਬੇਸਿਕਲੀ ਸਟੂਡੈਂਟਸ ਦਾ ਸਾਡੇ ਕੋਲ ਬੈਚਸ ਹੁੰਦੇ ਆ। ਸੋ ਸਟੂਡੈਂਟਸ ਇਕੱਠੇ ਤਿਆਰੀ ਕਰਦੇ ਨੇ। ਸੋ ਸਟੂਡੈਂਟਸ ਇੱਕ ਦੂਜੇ ਨਾਲ ਆਈਡੀਆਜ਼ ਸ਼ੇਅਰ ਕਰਦੇ ਨੇ, ਗਰੁੱਪ ਡਿਸਕਸ਼ਨਸ ਕਰਦੇ ਆ। ਸੋ ਬਹੁਤ ਸਾਰੇ ਸਟੂਡੈਂਟਸ ਰਿਸਰਚ ਕਰਦੇ ਆ ਆਪਣੀ ਯੂਨੀਵਰਸਿਟੀਜ਼ ਬਾਰੇ, ਪ੍ਰੋਗਰਾਮਸ ਬਾਰੇ, ਯੂਐਸ ਬਾਰੇ, ਯੂਐਸ ਦੀ ਐਜੂਕੇਸ਼ਨ ਬਾਰੇ, ਇੰਡੀਅਨ ਐਜੂਕੇਸ਼ਨ ਸਿਸਟਮ ਬਾਰੇ। ਸੋ ਅਸੀਂ ਐਜ਼ ਏ ਗਾਈਡ ਉਹਨਾਂ ਨੂੰ ਅਸੀਂ ਨਾਲ ਦੀ ਨਾਲ ਸਮਝਾਉਂਦੇ ਹਾਂ, ਦੱਸਦੇ ਹਾਂ। ਸੋ ਇਨ ਦਾ ਐਂਡ ਵੀ ਕੈਨ ਗਰੰਟੀ ਕਿ ਅੰਬੈਸੀ ਜਾਂਦਾ ਸਟੂਡੈਂਟ ਉਹਦੇ ਲਈ ਆਊਟ ਆਫ ਸਿਲੇਬਸ ਕੁਛ ਨਹੀਂ ਹੁੰਦਾ, ਹਰ ਸਵਾਲ ਪਤਾ ਹੁੰਦਾ, ਹਰ ਜਵਾਬ ਪਤਾ ਹੁੰਦਾ, ਪਰ ਬੋਲਣਾ ਸਟੂਡੈਂਟ ਨੇ। ਸੋ ਇਸ ਕਰਕੇ ਇਹ ਲੌਜਿਕ ਡਿਵੈਲਪ ਕਰਨਾ ਕੁਝ ਮੁਸ਼ਕਲ ਨਹੀਂ ਆ। ਦੂਸਰੀ ਗੱਲ ਰਹੇਗੀ ਹੈਜ਼ੀਟੇਸ਼ਨ ਦੀ। ਸੋ ਇਹ ਇੱਕ ਨਾਰਮਲ ਪ੍ਰਕਿਰਿਆ ਹੈ ਕਿ ਤੁਸੀਂ ਬੱਚੇ ਨੂੰ ਐਕਸਪੋਜ਼ ਕਰੋਗੇ ਤਾਂ ਉਹਨੂੰ ਸਮਝ ਲੱਗੇਗੀ। ਅਗਰ ਥੋੜਾ ਬਹੁਤ ਉਹਨੂੰ ਓਪਨ ਦਾਇਰਾ ਮਿਲੇਗਾ, ਉਹਨੂੰ ਕੋਈ ਸਮਝਾਏਗਾ, ਉਹ ਅਗਰ 4 ਬੰਦੇ ਨੇ ਬਹਿ ਕੇ ਗੱਲਬਾਤ ਕਰੇਗਾ, ਇਹ ਆਮ ਨਾਰਮਲ ਹਿਊਮਨ ਬਿਹੇਵੀਅਰ ਹੈ ਕਿ ਅਗਰ ਤੁਸੀਂ ਕੁਝ ਚੀਜ਼ਾਂ ਤੁਸੀਂ ਵਿੱਚ ਪੈ ਕੇ ਸਿੱਖਦੇ ਹੋ। ਸੋ ਗਰੁੱਪ ਡਿਸਕਸ਼ਨਸ ਇੱਕ ਐਸਾ ਜਿਹੜਾ ਸਮਾਂ ਆ ਜਿਹਦੇ ਵਿੱਚ ਸਟੂਡੈਂਟਸ ਆਊਟਸਪੋਕਨ ਹੁੰਦੇ ਨੇ, ਇੱਕ ਦੂਸਰੇ ਤੋਂ ਵੱਧ ਕੇ ਪਰਫਾਰਮ ਕਰਦੇ ਆ। ਐਂਡ ਯੈਸ, ਇਹ ਇੱਕ ਚੀਜ਼ ਆ ਜਿਹੜੀ ਉਹਨਾਂ ਨੂੰ ਅੰਬੈਸੀ 'ਚ ਹਮੇਸ਼ਾ ਹੈਲਪ ਕਰਦੀ ਹੈ। ਦੂਸਰਾ ਲੌਜਿਕ ਆ, ਇੱਕ ਉਹ ਬੇਸਿਕਲੀ ਪਰਸਨੈਲਿਟੀ ਡਿਵੈਲਪਮੈਂਟ ਦਾ ਹਿੱਸਾ ਹੈ, ਬਟ ਉਹਨੂੰ ਮੈਂ ਇੱਥੇ ਸ਼ੇਅਰ ਕਰ ਦੇਣਾ, ਉਹ ਬਹੁਤ ਇੰਪੋਰਟੈਂਟ ਆ। ਚਾਹੇ ਤੁਸੀਂ ਕਿਸੇ ਵੀ ਨੌਕਰੀ ਦੀ ਇੰਟਰਵਿਊ ਦੇਣ ਚੱਲੇ ਹੋ ਜੀ, ਚਾਹੇ ਤੁਸੀਂ ਮਤਲਬ ਅੰਬੈਸੀ ਚੱਲੇ ਹੋ, ਚਾਹੇ ਸਟੂਡੈਂਟ ਆ, ਚਾਹੇ ਟੂਰਿਸਟ ਆ, ਇੱਕ ਸਧਾਰਨ ਚੀਜ਼ ਹੈ, ਤੁਸੀਂ ਇਹ ਸੋਚੋ ਕਿ ਮੇਰੇ ਕੋਲ ਸਵਾਲ ਕੀ ਪੁੱਛੇ ਜਾਣਗੇ। ਉਹ ਖੁਦ ਨੂੰ ਸਵਾਲ ਪੁੱਛੋ, ਸ਼ੀਸ਼ੇ ਮੂਹਰੇ ਖੜੋ, ਆਪਣੀ ਅੱਖ 'ਚ ਅੱਖ ਪਾ ਕੇ ਆਪਣੇ ਆਪ ਨੂੰ ਜਵਾਬ ਦਿਓ
ਤੁਹਾਨੂੰ ਐਗਜ਼ੈਕਟਲੀ ਉਹੀ ਦਸ਼ਾ ਦਿਸੇਗੀ ਕਿ ਜਿਹੜੀ ਤੁਹਾਡੇ ਨਾਲ ਐਕਚੁਅਲ ਉਸ এনवायरमेंट 'ਚ ਹੋਏਗੀ। ਸੋ ਅਗਰ ਤੁਸੀਂ ਆਪਣੀ ਅੱਖ 'ਚ ਅੱਖ ਪਾ ਕੇ ਗੱਲਬਾਤ ਕਰ ਸਕਦੇ ਹੋ, ਤੁਸੀਂ ਕਿਸੇ ਨਾਲ ਵੀ ਗੱਲਬਾਤ ਕਰ ਸਕਦੇ ਹੋ। ਔਰ ਇਹ ਐਸਾ ਕਾਰਗਰ ਫਾਰਮੂਲਾ ਆ ਜਿਹੜਾ ਸਟੂਡੈਂਟ, ਇਹਨੂੰ ਅਸੀਂ ਮਿਰਰ ਪ੍ਰੈਕਟਿਸ ਕਹਿੰਦੇ ਹਾਂ, ਜਿਹੜਾ ਸ਼ੀਸ਼ੇ ਮੂਹਰੇ ਖੜ ਕੇ ਪ੍ਰੈਕਟਿਸ ਕਰ ਪਾਉਂਦਾ ਆ, ਤੁਸੀਂ ਸੈਲਫ ਕੌਨਫੀਡੈਂਸ ਉਹ ਸਟੂਡੈਂਟਸ ਦਾ ਵੇਖੋ, ਉਹ ਧੱਜੀਆਂ ਉਡਾ ਦਿੰਦੇ ਨੇ ਮੁੜ ਕੇ। ਸ਼ੋਰ। ਸੋ ਇਹ ਤੁਸੀਂ ਆਪਣੇ ਜੀਵਨ 'ਚ ਅਪਣਾ ਸਕਦੇ ਹੋ। ਕਦੀ ਵੀ ਕਿਸੇ ਨਾਲ ਗੱਲਬਾਤ ਕਰਨੀ ਹੋਵੇ, ਕਿਸੇ ਵੀ ਤੁਹਾਨੂੰ ਲੱਗਦਾ ਕਿ ਉਹ ਟੈਂਸ ਮਾਹੌਲ ਹੋਏਗਾ, ਸ਼ੀਸ਼ੇ ਮੂਹਰੇ ਖੜ ਕੇ ਆਪਣੇ ਆਪ ਨਾਲ ਗੱਲਬਾਤ ਕਰਕੇ ਵੇਖੋ ਕਿ ਯੈਸ ਮੈਨੂੰ ਆਹ ਸਵਾਲ ਪੁੱਛਿਆ ਤਾਂ ਮੈਂ ਜਵਾਬ ਕੀ ਦੇ ਰਿਹਾ। ਬਿਲਕੁਲ ਸਹੀ। ਸੋ ਅਗਰ ਤੁਸੀਂ ਇੱਥੇ ਕੌਨਫੀਡੈਂਸ ਲੈਵਲ ਗੇਨ ਕਰ ਲਿਆ, ਸੋ ਇਹ ਕੌਨਫੀਡੈਂਸ ਹਾਸਲ ਕਰਨ ਦਾ ਫਾਰਮੂਲਾ ਹੈ। ਤੁਸੀਂ ਐਮਬੈਸੀ ਦੇ ਵਿੱਚ ਵਾਕਿਆ ਧੱਜੀਆਂ ਉਡਾ ਦੋਗੇ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਜਦੋਂ ਤੁਸੀਂ ਕੋਈ ਰਿਜ਼ਲਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਦੀ ਤਿਆਰੀ ਤੇ ਕਰਨੀ ਪਏਗੀ ਔਰ ਖੁਦ ਮਿਹਨਤ ਕਰਨੀ ਪਏਗੀ। ਆਬਵੀਅਸਲੀ ਇਹਨਾਂ ਸਾਰੇ ਕੰਮਾਂ 'ਚ ਸਾਡਾ ਕੰਮ ਐਜ਼ ਅ ਟੀਚਰ ਹੁੰਦਾ ਕਿ ਬਿਕੋਜ਼ ਸਾਡੀ ਕਲਾਸ ਦੇ ਵਿੱਚ ਜਿੰਨੇ ਵੀ ਸਟੂਡੈਂਟਸ ਨੇ, ਅਸੀਂ ਸਭ ਨੂੰ ਪੜ੍ਹਾਉਂਦੇ ਹਾਂ, ਸਭ ਨੂੰ ਤਿਆਰ ਕਰਦੇ ਹਾਂ, ਸਭ ਨੂੰ ਲੌਜਿਕ ਦਿੰਦੇ ਹਾਂ। ਉਹਦੇ 'ਚ ਬਹੁਤ ਸਾਰੇ ਸਟੂਡੈਂਟਸ ਆ ਪਾਸ ਹੁੰਦੇ ਆ, ਬਹੁਤ ਸਾਰੇ ਸਟੂਡੈਂਟ ਆ ਫੇਲ ਹੁੰਦੇ ਆ। ਸੋ ਸਾਡਾ ਕੰਮ ਉਹ ਟੀਚਰ ਵਾਲਾ ਹੈ ਕਿ ਅਸੀਂ ਯੂਨੀਫਾਰਮ ਡਿਲੀਵਰ ਕਰਦੇ ਹਾਂ ਜੋ ਇਨਫੋਰਮੇਸ਼ਨ ਹੈ। ਸੋ ਜਿਹੜਾ ਗ੍ਰਾਸਪ ਕਰ ਗਿਆ ਉਹ ਨਹੀਂ ਰਹਿੰਦਾ, ਜਿਹੜਾ ਗ੍ਰਾਸਪ ਨਹੀਂ ਕਰ ਰਿਹਾ ਉਹ ਨਹੀਂ ਜਾਏਗਾ। ਸਿੰਪਲ ਫਾਰਮੂਲਾ, ਕਿਉਂਕਿ ਤੁਸੀਂ ਜਦੋਂ ਆਪਣੇ ਆਪ ਨੂੰ ਤਿਆਰ ਕਰੋਗੇ, ਮਿਹਨਤ ਤਾਂ ਕਰਨੀ ਪਏਗੀ, ਤੁਹਾਨੂੰ ਆਪਣੇ ਆਪ ਨੂੰ ਖੁਦ ਤਿਆਰ ਕਰਨਾ ਪਏਗਾ, ਆਪਣੀ ਰਿਸਪੌਂਸਿਬਿਲਟੀ ਖੁਦ ਚੁੱਕਣੀ ਪਏਗੀ, ਬਿਕੋਜ਼ ਤੁਸੀਂ ਆਪਣੀ ਲਾਈਫ ਨੂੰ ਸੈਟਲ ਕਰਨਾ ਚਾਹੁੰਦੇ ਹੋ, ਤੁਸੀਂ ਆਪਣੇ ਫਿਊਚਰ ਨੂੰ ਬਣਾਉਣਾ ਚਾਹੁੰਦੇ ਹੋ। ਇਸ ਕਰਕੇ ਸਟੂਡੈਂਟਸ ਦੇ ਉੱਤੇ ਹੀ ਸਭ ਕੁਝ ਡਿਪੈਂਡ ਕਰਦਾ। ਤੁਸੀਂ ਐਜ਼ ਮੈਂਟੋਰ, ਐਜ਼ ਗਾਈਡ ਉਹਨਾਂ ਨੂੰ ਸਾਰੀ ਆਬਵੀਅਸਲੀ ਦੈਟ ਇਜ਼ ਆਰ ਡਿਊਟੀ ਜਿਹੜੀ ਅਸੀਂ ਕਰ ਸਕਦੇ ਹਾਂ। ਯਾ ਬਾਕੀ ਉਹਨਾਂ ਦੇ ਆਪਣੇ ਉੱਤੇ ਹੈ। ਸੋ ਇੱਕ ਚੀਜ਼ ਹੋਰ, ਕੁਝ ਪੇਰੈਂਟਸ ਦੇ ਮਨ ਦੇ ਵਿੱਚ ਕੁਝ ਨਾ ਕੁਝ ਡਾਊਟਸ ਰਹਿੰਦੇ ਨੇ ਕਿ ਬੱਚਾ ਕਹਿੰਦਾ ਮੈਂ ਬਾਹਰ ਜਾਣਾ, ਮੈਂ ਬਾਹਰ ਸੈਟਲ ਹੋਣਾ, ਤੇ ਉਹ ਕਹਿੰਦੇ ਨੇ ਤੇਰੇ ਬਾਕੀ ਫਰੈਂਡਸ ਨੇ ਜਾਂ ਤੇਰੀ ਕੰਪਨੀ ਹੈ, ਤੂੰ ਬਾਹਰੋਂ ਸਿੱਖ ਕੇ ਆਇਆ ਗੱਲ, ਇਸ ਕਰਕੇ ਸਾਨੂੰ ਪ੍ਰੈਸ਼ਰਾਈਜ਼ ਕਰ ਰਹੇ, ਬਾਹਰ ਜਾਣਾ ਚਾਹੁੰਦਾ ਪਰ ਅਸੀਂ ਵਿਲਿੰਗ ਨਹੀਂ ਹੈਗੇ। ਮਤਲਬ ਕਈ ਰੀਜ਼ਨਸ ਹੋ ਸਕਦੇ ਨੇ, ਮੁੰਡਾ ਕੱਲਾ ਹੈ ਜਾਂ ਹੋਰ ਕੋਈ ਫਾਈਨੈਂਸ਼ੀਅਲ ਰੀਜ਼ਨਸ ਹੋ ਸਕਦੇ ਨੇ, ਵਾਟ ਐਵਰ। ਉਹਦੇ ਵਿੱਚ ਜਿਹੜੇ ਮਾਂ-ਬਾਪ ਨੇ ਉਹਨਾਂ ਦੇ ਅੰਦਰ ਖਾਸ ਡਰ ਹੁੰਦਾ ਹੈ, ਜਾਂ ਕਿਸੇ ਕੰਟਰੀ ਨੂੰ ਲੈ ਕੇ ਉਹਨਾਂ ਦੀ ਖਾਸ ਚੋਇਸ ਹੁੰਦੀ ਹੈ ਕਿ ਨਹੀਂ ਜਾਣਾ ਤਾਂ ਇਸ ਦੇਸ਼ 'ਚ ਜਾਣਾ, ਦੂਸਰੇ ਮੁਲਕ 'ਚ ਨਹੀਂ ਜਾਣਾ। ਇਹ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੇ ਕੰਪਲਿਕੇਟਡ ਜੇ ਮੈਟਰਸ ਆਉਂਦੇ ਹੋਣਗੇ, ਕਈ ਵਾਰ ਪੇਰੈਂਟਸ ਖੁਦ ਆਉਂਦੇ ਹੋਣਗੇ ਤੁਹਾਡੇ ਨਾਲ ਇੰਟਰਵਿਊ ਕਰਨ ਵਾਸਤੇ ਕਿ ਸਾਡੇ ਮੁੰਡੇ ਨੂੰ ਸਮਝਾਓ। ਜੀ ਬਿਲਕੁਲ। ਸੋ ਇਹ ਇੱਕ ਕਾਮਨ ਜਿਹੀਆਂ ਗੱਲਾਂ ਨੇ ਜੋ ਆਮ ਤੌਰ ਦੇ ਉੱਤੇ ਸਭ ਦੀ ਫੈਮਿਲੀ ਲਾਈਫ ਦੇ ਵਿੱਚ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ। ਇਸ ਸਿਚੁਏਸ਼ਨ ਨੂੰ ਤੁਸੀਂ ਹੈਂਡਲ ਕਿਵੇਂ ਕਰਦੇ ਹੋ? ਨਹੀਂ, ਕੁਝ ਸੰਦੀਪ ਜੀ ਬਹੁਤ ਜ਼ਿਆਦਾ ਕੋਈ ਰਾਕਟ ਸਾਇੰਸ ਨਹੀਂ ਹੈਗੀ। ਇਸ ਸਧਾਰਨ ਸੋਸ਼ਲ ਐਕਸਪੈਰੀਮੈਂਟਸ ਆ, ਸੋਸ਼ਲ ਇਨਫੋਰਮੇਸ਼ਨ ਟਰਾਂਸਫਾਰਮੇਸ਼ਨ ਆ ਕਿ ਇੱਕ ਪਾਸੇ ਦੂਸਰੇ ਪਾਸੇ ਜਿੱਦਾਂ ਦੀਆਂ ਜਾਣਕਾਰੀਆਂ ਜਾ ਰਹੀਆਂ ਨੇ, ਸੋ ਉੱਦਾਂ ਦੇ ਸਭ ਦਾ ਰਿਐਕਸ਼ਨ ਆ। ਬੇਸਿਕਲੀ ਕੀ ਆ ਕਿ ਸਾਡੇ ਪੇਰੈਂਟਸ ਦੀ, ਸਾਡੇ ਸਟੂਡੈਂਟਸ ਦੀ ਅਸਲ 'ਚ ਖੁਦ ਦੀ ਰਿਸਰਚ ਬਹੁਤ ਜ਼ਿਆਦਾ ਨਹੀਂ ਹੁੰਦੀ। ਸੋ ਪੇਰੈਂਟਸ ਨੂੰ ਇੱਦਾਂ ਲੱਗਦਾ ਕੈਨੇਡਾ ਬਹੁਤ ਵੱਡਾ ਮੁਲਕ ਆ, ਸੋ ਬਾਕੀ ਛੋਟੇ ਨੇ, ਅਮਰੀਕਾ ਬਹੁਤ ਉੱਤੇ ਆ, ਬਾਕੀ ਕੰਟਰੀ ਐਗਜ਼ਿਸਟ ਨਹੀਂ ਕਰਦੇ। ਯੂਰਪ ਬਾਰੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ, UK ਬਾਰੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ। ਜਿਹੜੇ ਪਾਵਰ ਸੈਂਟਰਿਕ ਕੰਟਰੀਜ਼ ਕਿਹੜੇ ਨੇ, ਫੁੱਲੀ ਡਿਵੈਲਪ ਕਿਹੜੇ ਨੇ। ਸੋ ਕਈ ਵਾਰ ਉਹਨਾਂ ਨੂੰ ਸਿੰਗਾਪੁਰ ਹੀ ਮਤਲਬ ਸਭ ਤੋਂ ਸੁਪਰੀਮ ਲੱਗਦਾ ਹੁੰਦਾ। ਸਮਟਾਈਮਸ ਸਾਈਪਰਸ ਵਿੱਚ ਜਾ ਕੇ ਸਟਰਕ ਹੁੰਦੇ ਨੇ ਸਟੂਡੈਂਟਸ, ਜਿਹੜੀ ਆਪਣੀ ਖਿਆਲੀ ਦੁਨੀਆ ਦੇ ਵਿੱਚ ਫਸਦੇ ਨੇ। ਸੋ ਇੱਥੇ ਸਭ ਤੋਂ ਸਾਡੇ ਵੱਲੋਂ ਤਾਂ ਸਾਡਾ ਕੰਮ ਐਜ਼ ਏ ਮੈਂਟਰ ਹੈ। ਸੋ ਸਾਡੇ ਕੋਲ ਜਦੋਂ ਕੋਈ ਐਪਲੀਕੈਂਟ ਆਉਂਦਾ, ਅਸੀਂ ਬੇਸਿਕਲੀ ਉਹਦੇ ਪ੍ਰੋਫਾਈਲ ਦੇ ਅਕੋਰਡਿੰਗ ਐਡਵਾਈਜ਼ ਕਰਦੇ ਹਾਂ ਕਿ ਤੁਹਾਡਾ ਪ੍ਰੋਫਾਈਲ ਇੱਥੇ ਸਕਸੈਸਫੁਲੀ ਜਾਏਗਾ। ਸੋ ਜਿੱਦਾਂ ਹੁਣ ਪਿਛਲੇ ਆਲਮੋਸਟ 2016, 17, 18, 19 ਦੇ ਜਿੰਨਾ ਵੀ ਸਮਾਂ ਚੱਲ ਰਿਹਾ 20 ਤੱਕ ਕੈਨੇਡਾ ਨੂੰ ਸਟੂਡੈਂਟਸ ਜਾਂਦੇ ਸੀ, ਉਹਦੇ 'ਚ ਓਵਰਆਲ 6 ਹੁੰਦੇ ਸੀ, ਇੱਕ 'ਚ 5.5 ਆ ਤਾਂ ਵੀਜ਼ਾ ਆ ਜਾਂਦਾ ਸੀ। ਓਕੇ। ਬਟ 20 ਔਨਵਰਡਸ ਇਦਾਂ ਦਾ ਟ੍ਰੈਂਡ ਬਣਿਆ ਕਿ 5.5 ਦੇ ਉੱਪਰ ਵੀਜ਼ਾਜ਼ ਆਉਣੇ ਬੰਦ ਹੋ ਗਏ, ਬਿਕੋਜ਼ ਡਿਮਾਂਡ ਐਂਡ ਸਪਲਾਈ, ਜਿਹੜੀ ਸਪਲਾਈ ਆ ਰਹੀ ਪਿੱਛੋਂ ਉਹਦੇ ਵਿੱਚ ਢੇਰ ਜ਼ਿਆਦਾ ਲੱਗ ਗਿਆ। ਸੋ ਅੰਬੈਸੀ ਜਿਹੜੀਆਂ ਚੀਜ਼ਾਂ ਦੇ ਉੱਪਰ ਵੀਜ਼ਾ ਦੇ ਰਹੀ ਸੀ, ਅੰਬੈਸੀ ਨੇ ਰੈਂਕਿੰਗ ਕਰਤੀ। ਓਕੇ। ਅੰਬੈਸੀ ਨੇ ਕਰਤਾ ਕਿ ਜਿਹੜੇ 5.5 ਵਾਲੇ ਐਪਲੀਕੇਸ਼ਨਸ ਆ ਉਹਨਾਂ ਨੂੰ ਵੇਖਣ ਦੀ ਵੀ ਲੋੜ ਨਹੀਂ। ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਸਹਾਰਾ ਲਿਆ, ਉਹਨਾਂ ਨੂੰ ਚੱਕ ਕੇ ਇਦਾਂ ਹੀ ਪੂਲ ਤੋਂ ਬਾਹਰ ਕਰਕੇ ਰਿਫਿਊਜ਼ ਕਰਤਾ। ਓਕੇ। ਹੁਣ ਇੱਥੇ ਕੰਸਲਟੈਂਟ ਦੀ ਸਮਝ ਹੈ ਕਿ ਉਹ ਅਗਰ ਇਹੋ ਜਿਹਾ ਪ੍ਰੋਫਾਈਲ ਆਉਂਦਾ ਆ, ਉਹਨੂੰ ਡਿਸਕਰੇਜ ਕਰੇ ਕਿ ਭਾਈ ਕੈਨੇਡਾ ਨਹੀਂ ਜਾਣਾ। ਓਕੇ। ਅੱਗੇ ਤੈਨੂੰ ਤਰਕ ਮਿਲੇਗਾ, ਇਹਦੀ ਭੂਆ ਦਾ ਮੁੰਡਾ ਵੀ ਉਹਦੇ 5.5 ਸੀ, ਉਹ ਗਿਆ। ਇਹਦੇ ਮਾਮੇ ਦਾ ਮੁੰਡਾ ਗਿਆ, ਉਹਦੇ 5.5 ਸੀ। ਸੋ ਅਗਰ ਇਹ ਏਜੰਟ ਇਹਨੂੰ ਕਹਿ ਰਿਹਾ ਵੀ ਇਹ ਇਸ ਟਾਈਮ ਨਹੀਂ ਜਾਣਾ, ਇਹ ਸ਼ਾਇਦ ਇਹਨੂੰ ਕੰਮ ਘੱਟ ਆਉਂਦਾ ਆ। ਉਹ ਇਹ ਪਰਸੈਪਸ਼ਨ ਆ। ਯੈਸ। ਬਟ ਇਹਨਾਂ ਦੀ ਏਜੰਟ ਦੀ ਜਿਹੜੀ ਡਿਊਟੀ ਹੈ, ਕੰਸਲਟੈਂਟ ਦੀ ਡਿਊਟੀ ਉਹ ਇਹੀ ਆ ਕਿ ਜਿਹੜੀ ਚੀਜ਼ ਅੱਜ ਕਲੀਅਰਲੀ ਮੈਨੂੰ ਦਿਸ ਰਹੀ ਆ, ਉਹ ਮੈਂ ਟਰਾਂਸਫਾਰਮੇਸ਼ਨ ਉਹਨਾਂ ਤੱਕ ਪਹੁੰਚਾਵਾਂ। ਸੋ ਇਹ ਸਾਰੇ ਸਟੂਡੈਂਟਸ US ਲਈ ਬਿਹਤਰ ਨੇ। ਸੋ ਅਗਰ ਤੁਹਾਡੇ ਪ੍ਰੋਫਾਈਲਸ 2-4 ਵਾਰੀ ਮਤਲਬ ਅਸੀਂ ਬੜੀ ਵਾਰੀ ਐਡਵਾਈਜ਼ ਕਰਦੇ ਹਾਂ ਸਟੂਡੈਂਟ ਨੂੰ ਕਿ ਤੁਹਾਡਾ ਅਗਰ ਪ੍ਰੋਫਾਈਲ ਮਾੜਾ ਆ, ਤੁਸੀਂ ਇੱਕ ਵਾਰੀ ਕੈਨੇਡਾ ਲਾ ਲਿਆ, ਇਹਨੂੰ ਬਾਰ-ਬਾਰ ਕੈਨੇਡਾ ਨਹੀਂ ਲਾਉਣਾ। ਬਟ ਸਟੂਡੈਂਟਸ ਕਈ ਇਦਾਂ ਦੇ ਨੇ ਕਿ ਉਹ ਸ਼ਾਇਦ ਪਹਿਲੀ ਵਾਰੀ ਵੀਜ਼ਾ ਨਹੀਂ ਆਇਆ, ਦੂਜੀ ਵਾਰੀ ਦੇ ਦੇਣ, ਦੂਜੀ ਵਾਰੀ ਨਹੀਂ ਆਇਆ, ਤੀਜੀ ਵਾਰੀ ਦੇ ਦੇਣ। ਸੋ ਜਿਹੜੇ ਸਟੂਡੈਂਟਸ ਦੇ ਪ੍ਰੋਫਾਈਲ ਦੇ ਵਿੱਚ ਘੱਟ ਨੰਬਰਸ ਨੇ,
ਸੋ ਲਾਈਕ ਪਹਿਲਾਂ ਅਸੀਂ 50% ਬੈਂਚਮਾਰਕ ਰੱਖਿਆ ਸੀ ਕਿ ਜਿਨ੍ਹਾਂ ਦੇ 50 ਤੋਂ ਥੱਲੇ ਨੰਬਰ ਹੈ ਉਹਨਾਂ ਨੂੰ ਵੀਜ਼ਾਸ ਨਹੀਂ ਆਉਂਦੇ ਸੀ। ਸੋ ਇਸ ਸਾਲ ਤੇ ਇਦਾਂ ਦੇ ਕੋਈ ਕੇਸ ਆਇਆ ਹੀ ਨਹੀਂ ਕਿ 50 ਤੋਂ ਤੁਹਾਡੇ 49 ਵੀ ਹੈਗੇ ਤੇ ਇੱਕ ਕਿਸੇ ਸਬਜੈਕਟ ਤੇ ਵੀਜ਼ਾ ਆਇਆ ਹੋਵੇ। ਸਟਿਲ ਸਟੂਡੈਂਟਸ ਲਈ ਇੱਕ ਖੁਦ ਲਈ ਇੱਕ ਪੈਰਾਮੀਟਰ ਜਿਹੜੇ ਅਸੀਂ ਸੈੱਟ ਕੀਤੇ ਪਏ ਆ ਕਿ ਅਗਰ ਤੁਹਾਡੇ ਕੋਲ 60% ਸਕੋਰ ਹੈ, ਤੁਹਾਡਾ SDS ਕੇਸ ਆ। SDS ਦਾ ਮਤਲਬ ਹੁੰਦਾ ਹੈ ਕਿ ਜੇ ਅਗਰ ਤੁਹਾਡੇ ਕੋਲ 6 ਈਚ ਆ ਜੀ, 6 ਈਚ ਸਕੋਰ ਹੈ, 60% ਦੇ ਕਰੀਬ ਮਾਰਕਸ ਹੈ, ਇਹ ਵਾਲੇ ਕੇਸਿਸ ਹੀ ਕੈਨੇਡਾ ਨੂੰ ਫਾਈਲ ਕਰਨਾ, ਬਿਕੋਜ਼ ਕੈਨੇਡਾ ਆਟੋਮੈਟਿਕਲੀ ਵੀਜ਼ਾ ਦੇ ਦਿੰਦਾ ਆ। ਅਗਰ ਤੁਹਾਡਾ ਪ੍ਰੋਫਾਈਲ ਇਸ ਤੋਂ ਥੱਲੇ ਆ ਜੀ, ਰਾਈਟ, ਅਗਰ ਤੁਹਾਡਾ ਪ੍ਰੋਫਾਈਲ ਇਸ ਤੋਂ ਥੱਲੇ ਆ, ਤੁਸੀਂ ਵੀਜ਼ਾ ਲਾਇਆ, ਕੇਸ ਰਿਫਿਊਜ਼ ਹੋ ਗਿਆ, ਇਹਨੂੰ ਕੈਨੇਡਾ ਵੱਲੋਂ ਕੋਰੀ ਨਾ ਸਮਝ ਲਓ। ਇਹ ਕੇਸ ਨੂੰ ਦੁਬਾਰਾ ਕੈਨੇਡਾ ਨਹੀਂ ਪਾਉਣਾ, ਇਹਨੂੰ ਅਮਰੀਕਾ ਨੂੰ ਪਾ ਲਓ, UK ਨੂੰ ਪਾ ਲਓ, ਕਿਸੇ ਹੋਰ ਪਾਸੇ ਨੂੰ ਪਾ ਲਓ। ਔਰ ਪਰ ਅਗਰ ਤੁਹਾਡੇ ਕੋਲ 7 ਬੈਂਡ ਸੀ, ਕੇਸ ਰਿਫਿਊਜ਼ ਹੋ ਗਿਆ, ਯੈਸ ਤੁਹਾਡੇ ਕੋਲ ਹਰ ਸੰਭਵ ਉਹ ਫਾਰਮੂਲਾ ਹੈਗਾ, ਯਕੀਨ ਹੈਗਾ ਇਹ ਆਪਣੇ ਆਪ ਨੂੰ ਮਨਾਉਣ ਦਾ ਕਿ ਇੱਥੇ ਕੈਨੇਡਾ ਦੁਬਾਰਾ ਵੀਜ਼ਾ ਦੇ ਦੇਗਾ। ਓਕੇ, ਬਿਕੋਜ਼ ਅਗਰ ਤੁਹਾਡਾ ਪ੍ਰੋਫਾਈਲ ਫਿੱਟ ਬੈਠਦਾ ਫਿਰ ਤੁਸੀਂ ਦੂਜੀ ਵਾਰੀ ਲਾਉਂਦੇ ਹੋ ਤਾਂ ਲੌਜਿਕ ਬਣਦਾ ਆ ਕੋਈ ਨਾ ਕੋਈ ਵੀ ਦੂਜੀ ਵਾਰੀ ਨਹੀਂ ਦਿੱਤਾ, ਤੀਜੀ ਵਾਰੀ ਵੀ ਵੀਜ਼ਾ ਆ ਜਾਂਦਾ ਆ। ਬਿਕੋਜ਼ ਸਾਡੇ ਕੋਲ ਬਹੁਤ ਸਾਰੀ ਐਪਲੀਕੇਸ਼ਨ 3-4 ਵਾਰੀ ਰਿਫਿਊਜ਼ਲ ਤੋਂ ਬਾਅਦ ਵੀ ਅਸੀਂ ਕੈਨੇਡਾ ਦੇ ਵੀਜ਼ੇ ਲੈਂਦੇ ਆ। ਰਾਈਟ। ਸੋ ਜਿਹੜਾ ਪ੍ਰੋਫਾਈਲ ਫਿੱਟ ਹੈ ਉਹਦੇ ਲਈ ਲੜਾਈ ਕੀਤੀ ਜਾ ਸਕਦੀ ਆ। ਉਹਦੇ ਲਈ ਫਾਈਲਿੰਗ 'ਚ ਕਿਤੇ ਕਮਜ਼ੋਰੀ ਹੋਊਗੀ, ਕਿਤੇ ਸਟੂਡੈਂਟ ਦੀ ਪ੍ਰੋਗਰੈਸ਼ਨ ਸਹੀ ਨਹੀਂ ਬਣੀ, ਕਿਤੇ ਉਹਦਾ ਪ੍ਰੋਗਰਾਮ ਸਹੀ ਸਿਲੈਕਟ ਨਹੀਂ ਕੀਤਾ, ਕਿਤੇ ਕਾਲਜ ਉਹਦਾ ਮਾੜਾ ਲੈ ਲਿਆ, ਕਿਸੇ ਟਾਈਮ ਉਹਦੀ SOP ਚੰਗੀ ਨਹੀਂ ਲਿਖੀ। ਸੋ ਬਹੁਤ ਸਾਰੇ ਪੈਰਾਮੀਟਰਸ ਨੇ ਜਿਨ੍ਹਾਂ ਨਾਲ ਪ੍ਰੋਫਾਈਲ ਨੂੰ ਦਰੁਸਤ ਕੀਤਾ ਜਾ ਸਕਦਾ ਹੈ। ਰਾਈਟ। ਬਟ ਅਗਰ ਤੇਰਾ ਪ੍ਰੋਫਾਈਲ ਨੀਵਾਂ ਆ, ਪ੍ਰੋਫਾਈਲ ਅਪ ਟੂ ਦਾ ਮਾਰਕ ਨਹੀਂ ਹੈਗਾ, ਫਿਰ ਤੈਨੂੰ ਉਹਦੇ ਉੱਪਰ ਬਾਰ-ਬਾਰ ਆਪਣਾ ਸਮਾਂ ਬਰਬਾਦ ਕਰਨ ਦੀ ਲੋੜ ਨਹੀਂ ਹੈਗੀ। ਰਾਈਟ, ਰਾਈਟ। ਦੈਨ ਬਲੀਵ ਇਟ ਕਿ ਕੈਨੇਡਾ ਤੁਹਾਡਾ ਸਾਥੀ ਨਹੀਂ ਹੈਗਾ ਇਸ ਟਾਈਮ। ਸੋ ਕੈਨੇਡਾ ਦਾ ਜਿਹੜਾ ਗੁਆਂਢੀ ਆ ਉਹਨੂੰ ਆਪਣਾ ਸਾਥੀ ਬਣਾਓ। ਔਰ US ਕੈਨੇਡਾ ਇਦਾਂ ਦੇ ਦੋਨੋਂ ਮੁਲਕ ਨੇ, ਤੁਸੀਂ ਕੈਨੇਡਾ ਦੇ ਵਿੱਚੋਂ US ਜਾਣਾ ਕੋਈ ਦਿੱਕਤ ਨਹੀਂ ਹੈਗੀ, US ਵਿੱਚ ਰਹਿੰਦੇ ਹੋ ਤੇ ਕੈਨੇਡਾ ਜਾਣਾ ਕੋਈ ਦਿੱਕਤ ਨਹੀਂ ਹੈਗੀ, ਇਹ ਦੋਨੋਂ ਇਕੱਠੇ ਹੀ ਨੇ। ਰਾਈਟ, ਰਾਈਟ। ਇਹ ਬੇਸਿਕਲੀ ਜਿਹਨੂੰ ਅਸੀਂ ਨਾਰਥ ਅਮਰੀਕਾ ਕਹਿੰਦੇ ਆ ਉਹ ਸਾਰਾ ਇੱਕੋ ਹੀ ਰੀਜਨ ਹੈ। ਸੋ ਉਹਦੇ ਦੋਨੋਂ ਹੀ ਹਿੱਸੇ ਨੇ। ਸੋ ਲਾਈਕ ਸਾਨੂੰ ਲੱਗਦਾ ਕਿ ਅਲੱਗ-ਅਲੱਗ ਮੁਲਕ ਨੇ, ਜੋਗ੍ਰਾਫਿਕਲੀ ਹੈਗੇ ਵੀ ਆ ਔਰ ਲਾਈਕ ਪੋਲੀਟੀਕਲ ਬਾਰਡਰਸ ਵੀ ਅਲੱਗ ਨੇ, ਬਟ ਇਧਰੋਂ ਆਉਣਾ ਜਾਣਾ ਮੂਵਮੈਂਟਸ ਇਹਨਾਂ ਦਾ ਕੋਈ ਆਪਸ 'ਚ ਰੌਲਾ ਨਹੀਂ ਹੈਗਾ। ਸੋ ਤੁਹਾਡੇ ਕੋਲ ਕਿਸੇ ਪਾਸੇ ਵੀ ਰਹਿਣ ਦੀ ਪਰਮਿਸ਼ਨ ਹੈਗੀ ਹੈ, ਦੂਸਰੇ ਪਾਸੇ ਜਾਣਾ ਚਾਹੋ ਤੁਸੀਂ ਜਾ ਸਕਦੇ ਹੋ। ਬਹੁਤ ਸਾਰੇ ਬੱਚੇ ਵਿੰਡਸਰ ਪੜ੍ਹਦੇ ਆ, ਵਿੰਡਸਰ ਕੈਨੇਡਾ ਦਾ ਅਖੀਰਲਾ ਬਾਰਡਰ ਤੇ ਸ਼ਹਿਰ ਹੈ, ਉਹ ਉਸ ਤੋਂ ਅਗਲੇ ਸਿਟੀ ਦੇ ਵਿੱਚ ਜਾ ਕੇ ਸ਼ਾਪਿੰਗ ਕਰਦੇ ਨੇ, US ਵਿੱਚ ਜਾ ਕੇ ਗਰੋਸਰੀ ਉੱਥੋਂ ਲਿਆਉਂਦੇ ਆ, ਰਹਿੰਦੇ ਇੱਧਰ ਆ। ਸੋ ਇਹ ਸਧਾਰਨ ਗੱਲਾਂ ਨੇ। ਸੋ ਤੁਸੀਂ ਇੱਥੋਂ ਸਿਰਫ ਆਪਣਾ ਇਹ ਵੇਖੋ ਕਿ ਅਗਰ ਤੁਸੀਂ ਇਹਨਾਂ ਦੋਨਾਂ ਮੁਲਕਾਂ 'ਚ ਜਾਣਾ ਚਾਹੁੰਦੇ ਹੋ, ਤੁਹਾਡਾ ਪ੍ਰੋਫਾਈਲ ਕਿੱਥੇ ਫਿੱਟ ਬੈਠਦਾ, ਜਿਹੜੇ ਪਾਸੇ ਨੂੰ ਫਿੱਟ ਬੈਠਦਾ ਉਧਰਲੇ ਪਾਸੇ ਨੂੰ ਕੇਸ ਫਾਈਲ ਕਰੋ ਔਰ ਸਕਸੈਸ ਹਾਸਲ ਕਰੋ। ਸੋ ਅਰਵਿੰਦਰ ਜੀ, ਥੈਂਕ ਯੂ ਸੋ ਮਚ ਫॉर ਦਿਸ ਵੰਡਰਫੁਲ ਇੰਟਰਵਿਊ। ਤੁਸੀਂ ਹਮੇਸ਼ਾ ਹੀ ਜੋ ਇਨਪੁਟਸ ਦਿੰਦੇ ਹੋ ਸਾਡੇ ਸਟੂਡੈਂਟਸ ਨੂੰ, ਸਾਡੇ ਦਰਸ਼ਕਾਂ ਨੂੰ, ਉਹ ਹਮੇਸ਼ਾ ਹੀ ਉਹਨਾਂ ਦੇ ਵਾਸਤੇ ਫਾਇਦੇਮੰਦ ਸਾਬਿਤ ਹੁੰਦੇ ਨੇ। ਸੋ ਥੈਂਕ ਯੂ ਵੈਰੀ ਮਚ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਕਹਿਣਾ ਚਾਹਾਂਗੇ, ਤੁਹਾਡੀਆਂ ਕੋਈ ਹੋਰ ਕੁਐਰੀਜ਼ ਹੋਣ, ਕੋਈ ਹੋਰ ਕੁਐਸਚਨਸ ਹੋਣ, ਸਾਨੂੰ ਇਨਬਾਕਸ ਕਰੋ ਤਾਂ ਕਿ ਅਸੀਂ ਆਪਣੇ ਹਰ ਐਪੀਸੋਡਸ ਦੇ ਵਿੱਚ ਤੁਹਾਡੀਆਂ ਕੁਐਰੀਜ਼ ਦੇ, ਤੁਹਾਡੇ ਕੁਐਸਚਨਸ ਦੇ ਆਨਸਰਸ ਦੇਣ ਦੀ ਕੋਸ਼ਿਸ਼ ਕਰੀਏ। ਔਰ ਇਸੇ ਤਰ੍ਹਾਂ ਹੀ ਪੰਜਾਬ ਐਬਰੋਡ ਨੂੰ ਆਪਣਾ ਪਿਆਰ ਦਿੰਦੇ ਰਹੋ, ਐਪਰੀਸੀਏਸ਼ਨ ਦਿੰਦੇ ਰਹੋ। ਅਸੀਂ ਨਵੇਂ-ਨਵੇਂ ਐਪੀਸੋਡਸ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਬਹੁਤ-ਬਹੁਤ ਸ਼ੁਕਰੀਆ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।